ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ, ਖਾਲਸਾ ਸਾਧ ਸੰਗਤ ਜੀ, ਆਪ ਵੱਡੇ ਭਾਗਾਂ ਵਾਲੇ ਹੋ ਜੋ ਸ਼ਬਦਾਂ ਅਵਤਾਰ ਗੱਦੀ ਤੇ ਬਿਰਾਜਮਾਨ ਚਵਰ ਛਤਰ ਤਖਤ ਦੇ ਮਾਲਕ, ਮੌਕੇ ਦੇ ਸਰਤਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੇ ਹੋ। ਬਹੁਤ ਹੀ ਰਸ ਭਿੰਨਾ ਕੀਰਤਨ ਭਾਈ ਸਾਹਿਬ ਜੀ, ਭਾਈ ਜਸਵੰਤ ਸਿੰਘ ਜੀ ਹਿਉਰੀ ਲਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪ ਜੀ ਨੂੰ ਸਰਵਣ ਕਰਾ ਕਰਕੇ ਗਏ ਹਨ। ਸਤਿਗੁਰੂ ਜੀ ਕਿਰਪਾ ਕਰਨ, ਇਹ ਕੀਰਤਨ ਰਸ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਜਾਵੇ, ਸਾਡਾ ਆਇਆ ਹੋਇਆ ਜਨਮ ਸਫਲਾ ਹੋ ਜਾਵੇ। ਪਾਵਨ ਸਤਿਗੁਰਾਂ ਨੇ ਹੁਕਮ ਬਖਸ਼ਿਸ਼ ਕੀਤੇ ਹਨ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਦੋਹਿਤਾ ਬਾਣੀ ਕਾ ਬੋਹਿਥਾ, ਬਾਣੀ ਦੇ ਜਹਾਜ਼, ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰ ਰਹੇ ਹਨ। ਸਾਰਿਆਂ ਨੂੰ ਜੀ ਆਇਆਂ। ਗੁਰੂ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾ। ਤਨਾਸਰੀ ਰਾਗ ਵਿੱਚ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰ ਰਹੇ ਹਨ। ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਜਿਹਨੂੰ ਹਰੀ ਦਾ ਰੰਗ ਲੱਗ ਜਾਵੇ ਉਸ ਨੂੰ ਸੂਰਮਾ ਕਹਿੰਦੇ ਹਨ। ਜਿਹਨੂੰ ਪਰਮੇਸ਼ਰ ਦਾ ਰੰਗ ਲੱਗ ਜਾਵੇ ਉਸ ਨੂੰ ਸੂਰਮਾ ਕਹਿੰਦੇ ਹਨ। ਮਹਾਰਾਜ ਬੜਾ ਔਖਾ ਹੈ। ਜਿੱਤੇ ਸਤਿਗੁਰੂ ਪੂਰਨ ਕਿਰਪਾ ਕਰਦੇ ਹਨ ਉਹਨੂੰ ਆਪਣੇ ਇਸ ਰੰਗ ਦੀ ਬਖਸ਼ਿਸ਼ ਕਰਦੇ ਹਨ। ਲਾਲ ਰੰਗ ਤਿਸ ਕੋ ਲਾਗਾ ਜਿਸਕੇ ਵੜ ਭਾਗਾ। ਵੱਡੇ ਭਾਗ ਜਿਹਦੇ ਹੋਣ ਉਹਨਾਂ ਨੂੰ ਇਹ ਰੰਗ ਦੀ ਪ੍ਰਾਪਤੀ ਹੁੰਦੀ ਹੈ। ਬਾਕੀ ਸੰਸਾਰ ਦੇ ਰੰਗ ਤਾਂ ਹਰ ਇੱਕ ਨੂੰ ਲੱਗ ਜਾਂਦੇ ਹਨ। ਜਿਹੜਾ ਧਰਤੀ ਤੇ ਆ ਕਰਕੇ ਜਨਮ ਲੈਂਦਾ ਹੈ ਉਹ ਸੰਭਲਦਿਆਂ ਹੀ ਬੜੀ ਜਲਦੀ ਸੰਸਾਰ ਦੇ ਰੰਗਾਂ ਵਿੱਚ ਫਸ ਜਾਂਦਾ ਹੈ। ਪਰ ਇਹ ਰੰਗ ਜਿਹੜਾ ਹਰੀ ਦਾ ਰੰਗ ਹੈ ਇਹ ਕਿਸੇ ਬਿਰਲੇ ਵੇਲੇ ਨੂੰ ਲੱਗਦਾ ਹੈ। ਕੋਟਨ ਮੈਂ ਕਹੂੰ ਨਰਾਇਣ ਜੇ ਚੀਤ। ਕਰੋੜਾਂ ਵਿੱਚੋਂ ਸਤਿਗੁਰੂ ਜੀ ਕਹਿੰਦੇ ਨੇ ਇੱਕ ਅੱਧਾ ਹੁੰਦਾ ਹੈ ਜਿਹਨੂੰ ਨਰਾਇਣ ਚੇਤੇ ਹੋਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਹਨੂੰ ਹਰੀ ਰੰਗ ਲੱਗ ਜਾਵੇ ਕਰੋੜਾਂ ਚੋਂ ਇੱਕ ਅੱਧਾ ਹੁੰਦਾ ਹੈ। ਪਰ ਜੇ ਕਿਤੇ ਇੱਕ ਅੱਧਾ ਪੈਦਾ ਹੋ ਜਾਵੇ ਸਾਰੀ ਸ੍ਰਿਸ਼ਟੀ ਦਾ ਕਰਤਾ ਹੁੰਦਾ ਹੈ। ਜਿਹਨੂੰ ਬ੍ਰਹਮ ਦਾ ਰੰਗ ਲੱਗ ਜਾਵੇ ਮਹਾਰਾਜ ਕਹਿੰਦੇ ਉਹ ਫਿਰ ਸਾਰੀ ਸ੍ਰਿਸ਼ਟੀ ਦਾ ਕਰਤਾ ਹੁੰਦਾ ਹੈ। ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ। ਕਦੀ ਮਰਦਾ ਨਹੀਂ ਉਹ, ਤੇ ਸਾਰੀ ਸ੍ਰਿਸ਼ਟੀ ਦਾ ਕਰਤਾ। ਏਡੀ ਵੱਡੀ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ। ਰੰਗ ਛੋਟਾ ਮੋਟਾ ਨਹੀਂ ਹੈ। ਜਿਹਨੂੰ ਕਿਤੇ ਕਰਾਂ ਲੱਗ ਜਾਵੇ ਉਹ ਫਿਰ ਸਾਰੀ ਕਾਇਨਾਤ ਦਾ ਕਰਦਾ। ਜਿੱਥੇ ਮਰਜ਼ੀ ਬੈਠਾ ਜੋ ਮਰਜ਼ੀ ਉਹ ਕਾਰਜ ਨੂੰ ਕਰਵਾ ਸਕਦਾ ਹੈ। ਉਹਨੂੰ ਕਿਸੇ ਚੀਜ਼ ਦੀ ਹੋਰ ਲੋੜ ਨਹੀਂ ਹੈ। ਉਹ ਐਡੀ ਨਾ ਉਹਨੂੰ ਕਿਸੇ ਕੋਲ ਬਾਰਡਰ ਰੋਕਦਾ ਹੈ ਨਾ ਉਹਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ। ਜਿੱਥੇ ਮਰਜ਼ੀ ਉਹ ਜਾ ਕਰਕੇ ਉਹ ਬਖਸ਼ਿਸ਼ਾਂ ਕਰ ਸਕਦੇ ਹਨ। ਜਦੋਂ ਭਾਈ ਮੱਖਣ ਸ਼ਾਹ ਲਵਾਣੇ ਦਾ ਬੇੜਾ ਲੱਗਾ ਨਾ ਡੋਲੇ ਖਾਨ, ਗੁਰੂ ਚਰਨਾਂ ਵਿੱਚ ਅਰਦਾਸ ਕੀਤੀ, ਮਹਾਰਾਜ ਮੈਨੂੰ ਨਹੀਂ ਪਤਾ ਇਸ ਗੁਰਤਾ ਗੱਦੀ ਦਾ ਇਸਤੇਮਾਲ ਕੌਣ ਹੈ,
पर ਜਿਹੜਾ भी इस गुरता गद्दी के विराजमान है, मेरी ਉਹਦੇ ਚਰਨਾਂ ਵਿੱਚ ਬੇਨਤੀ ਹੈ ਤੇ ਸਤਿਗੁਰਾਂ ਨੇ ਉਹਦੀ ਬੇਨਤੀ ਨੂੰ ਪ੍ਰਵਾਨ ਕਰਕੇ ਉਹਦਾ ਡੁੱਬਦਾ ਹੋਇਆ ਬੇੜੇ ਨੂੰ ਪਾਰ ਕੀਤਾ। ਇਸ ਕਰਕੇ ਉਹ ਸਮੁੰਦਰ ਵਿੱਚ ਹੀ ਜਾ ਕੇ ਵੜ ਜਾਂਦੇ ਹਨ। ਤੇਰੇ ਗੁਰੂ ਹਨ, ਗੁਰੂ ਦੇ ਸਿੱਖ ਹਨ, ਕੋਈ ਔਖੀ ਜਗ੍ਹਾ ਨਹੀਂ ਦੇਖਦੇ। ਜਿੱਥੇ ਵੀ ਕਿਸੇ ਨੂੰ ਕੋਈ ਮੁਸੀਬਤ ਖੜਦੀ ਹੈ ਉੱਥੇ ਹੀ ਜਾ ਕੇ ਉਹ ਖੜ ਜਾਂਦੇ ਹਨ। ਤੇ ਜਿੰਨੇ ਉਹਨਾਂ 'ਚ ਬਖਸ਼ਿਸ਼ ਹੁੰਦੀ ਹੈ ਪ੍ਰਭੂ ਦੀ, ਉਸ ਤੋਂ ਵੱਧ ਆਪਣਾ ਸਰੀਰ ਨੂੰ ਵਾਰ ਕੇ ਵੀ ਉਹ ਸੇਵਾ ਸੰਭਾਲ ਲੈਂਦੇ ਹਨ। ਇਸ ਕਰਕੇ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਨੂੰ ਇਹ ਰੰਗ ਲੱਗਦਾ ਉਹ ਫਿਰ ਬੜੀ ਵੱਡੀ ਸ਼ਕਤੀ ਪਾਵਰ ਦੇ ਮਾਲਕ ਬਣ ਜਾਂਦੇ ਹਨ ਤੇ ਸੂਰਮੇ ਹੁੰਦੇ ਹਨ। ਅਸਲ ਵਿੱਚ ਸੂਰਮੇ ਉਹਨਾਂ ਨੂੰ ਕਹਿੰਦੇ ਹਨ। ਆਤਮ ਜਨੈ ਸਗਲ ਵਸਤਾਂ ਕੇ ਜਾਂ ਕਾ ਸਤਿਗੁਰ ਪੂਰਾ। ਜਿਨ੍ਹਾਂ ਆਪਣੀ ਆਤਮਾ ਨੂੰ ਜਿੱਤ ਲਿਆ ਹੈ, ਮਨ ਨੂੰ ਜਿੱਤ ਲਿਆ ਹੈ ਤੇ ਆਪਣੇ ਮਨ ਨੂੰ ਵਸ ਕਰ ਲਿਆ ਹੈ, ਜਾਂ ਕਾ ਸਤਿਗੁਰ ਪੂਰਾ, ਉਹਨਾਂ ਨੇ ਜਿਨ੍ਹਾਂ ਦਾ ਸਤਿਗੁਰ ਪੂਰਾ ਹੈ। ਅਧੂਰੇ ਵੀ ਹਨ ਪਰ ਜਿਹੜੇ ਸਤਿਗੁਰ ਪੂਰੇ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਲੜ ਫੜ ਲੈਂਦੇ ਹਨ, ਉਹ ਫਿਰ ਉਹਨਾਂ ਨੂੰ ਇਸ ਸੰਸਾਰ ਦੀ ਅਗਨੀ ਤੋਂ ਬਚਾ ਕਰਕੇ ਆਪਣੀ ਸਤਿਗੁਰ ਜੀ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲੈਂਦੇ ਹਨ। ਕਿ ਅਗਨੀ ਹੈ ਸੰਸਾਰ ਦੀ ਬੜੀ ਵੱਡੀ, ਸਾਰ ਸੰਸਾਰ ਸਮੁੰਦੇ ਤਾਰ ਗੋਬਿੰਦੇ, ਮੈਂ ਅਜਾਣ ਜਨ ਤਰਤੀ ਨਾ ਜਾਣੈ। ਬਾਹਾਂ ਦੇ ਬਾ ਬਿਠਲਾ ਬਾਹਾਂ ਦੇ। ਭਗਤ ਜੀ ਨੇ ਸਾਨੂੰ ਤਾਂ ਤਰਨਾ ਵੀ ਨਹੀਂ ਆਉਂਦਾ। ਮਹਾਰਾਜ ਆਪਣੀ ਬਾਹਾਂ ਦੇ ਕੇ ਸਾਨੂੰ ਇਹ ਸੰਸਾਰ ਸਮੁੰਦਰ ਚੋਂ ਕੱਢਣਾ ਕਰੋ। ਇਸ ਕਰਕੇ ਵੀ ਸਤਿਗੁਰੂ ਜੀ ਉਹਨਾਂ ਦੀ ਕਿਰਪਾ ਕਰਕੇ ਇਹ ਸੰਸਾਰ ਦੀ ਅਗਨੀ ਤੋਂ ਬਚਾ ਕੇ ਆਪਣਾ ਬਹੁਤ ਹੀ ਨਾਮ ਠੰਡਾ ਦੇ ਕਰਕੇ ਤਪਤ ਮੈਂ ਠਾਣ ਵਰਤਾਈ, ਤਪਦੇ ਹਿਰਦੇ ਵਿੱਚ ਠੰਡ ਪਾ ਕੇ ਜੀਵਨ ਨੂੰ ਸਫਲਾ ਕਰ ਦਿੰਦੇ ਹਨ। ਠਾਕੁਰ ਗਾਈਐ ਆਤਮ ਰੰਗ। ਆਪਣੇ ਪ੍ਰਭੂ ਨੂੰ ਰੰਗ ਵਿੱਚ ਗਾਉਣਾ ਹੈ। ਅੰਦਰੋਂ ਹਿਰਦੇ ਤੋਂ। ਬੱਧੀ ਚੱਕੀ ਵਾਲਾ ਕੰਮ ਨਹੀਂ ਕਿ ਨਿਤਨੇਮ ਕਰਨਾ ਹੀ ਪੈਣਾ, ਬੜਾ ਔਖਾ ਕੰਮ ਹੈ। ਗੁਰਦੁਆਰਾ ਸਾਹਿਬ ਜਾਣਾ ਹੀ ਪੈਣਾ, ਬੜਾ ਔਖਾ ਨਹੀਂ। ਅੰਦਰ ਚਾਓ ਹੋਵੇ। ਸ਼ੁਕਰ ਆ ਸੱਚੇ ਪਾਤਸ਼ਾਹ, ਤੁਹਾਡਾ ਧੰਨਵਾਦ। ਤੁਸੀਂ ਸਾਨੂੰ ਆਪਣੀ ਪਾਵਨ ਗੋਦ ਵਿੱਚ ਲੈ ਕਰਕੇ ਆਏ ਹੋ, ਸ਼ਬਦ ਨਾਲ ਜੋੜ ਰਹੇ ਹੋ। ਇਹ ਤੁਹਾਡਾ ਸ਼ੁਕਰਾਨਾ ਕਿ ਸਾਨੂੰ ਨਿਤਨੇਮ ਬਖਸ਼ਿਸ਼ ਕੀਤਾ ਹੈ। ਸ਼ੁਕਰ ਹੈ ਸਾਨੂੰ ਸਮਾਂ ਮਿਲਿਆ ਹੈ ਆਪਦੀ ਪਾਵਨ ਗੋਦ ਵਿੱਚ ਬੈਠ ਕਰਕੇ ਤੁਹਾਡੇ ਨਾਲ ਜੁੜਨ ਦਾ। ਸ਼ੁਕਰਾਨਾ ਕਰਨਾ ਹੈ। ਠਾਕੁਰ ਗਾਈਏ ਆਤਮ ਰੰਗ। ਆਪਣੇ ਪ੍ਰਭੂ ਨੂੰ ਗਾਉਣਾ ਹੈ ਪੂਰੇ ਰੰਗ ਦੇ ਵਿੱਚ। ਫਿਰ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰਦੇ ਹਨ। ਸਰਨੀ ਪਾਵਨ ਨਾਮ ਧਿਆਵਨ। ਸਰਨ ਵਿੱਚ ਆ ਕਰਕੇ ਨਾਮ ਦੇ ਨਾਲ ਜੁੜਨਾ ਹੈ। ਬਹੁਤ ਵੱਡੀ ਕਿਰਪਾ ਹੋਵੇ ਫਿਰ ਇਸ ਦਾਤ ਪ੍ਰਾਪਤ ਹੁੰਦੀ ਹੈ। ਮਹਾਂਪੁਰਖ ਦੱਸਿਆ ਕਰਦੇ ਸਨ, ਜਿੰਨੇ ਬੋੜ ਦੇ ਦਰਖਤ ਨੂੰ ਪੱਤੇ ਲੱਗਦੇ ਹਨ, ਇੰਨੇ ਚੰਗੇ ਕਰਮ ਕੀਤੇ ਹੋਣ ਤੇ ਫਿਰ ਸਿੱਖਾਂ ਦੇ ਘਰ ਜਨਮ ਹੁੰਦਾ ਹੈ। ਜਿੰਨੇ ਬੋੜ ਦੇ ਦਰਖਤ ਨੂੰ ਪੱਤੇ ਲੱਗੇ ਹੋਣ, ਉਹਨੇ ਚੰਗੇ ਕਰਮ ਕੀਤੇ ਹੋਣ, ਫਿਰ ਸਿੱਖਾਂ ਦੇ ਘਰ ਜਨਮ ਹੁੰਦਾ ਹੈ। ਤੇ ਜਿਤਨੀਆਂ ਉਸਨੂੰ ਗੋਲਾਂ ਲੱਗਦੀਆਂ ਹਨ ਬੋੜ ਦੇ ਦਰਖਤ ਨੂੰ, ਇੰਨੇ ਚੰਗੇ ਹੋਰ ਕਰਮ ਕੀਤੇ ਹੋਣ, ਫਿਰ ਬੰਦਾ ਗੁਰੂ ਕੀ ਸੰਗਤ ਵਿੱਚ ਜਾਂਦਾ ਹੈ। ਤੇ ਜਿਤਨੇ ਉਹਨਾਂ ਗੋਲਾਂ ਵਿੱਚ ਬੀਜ ਹੁੰਦੇ ਹਨ, ਅਰਬਾਂ ਖਰਬਾਂ ਹੀ ਹੋਣਗੇ, ਗਿਣਤੀ ਨਹੀਂ ਕਿੰਨੇ ਕੁ ਹੋ ਸਕਦੇ ਹਨ। ਇੰਨੇ ਚੰਗੇ ਕਰਮ ਹੋਰ ਕੀਤੇ ਹੋਣ, ਫਿਰ ਅੰਮ੍ਰਿਤ ਦੀ ਦਾਤ ਮਿਲਦੀ ਹੈ।
ਐਵੇਂ ਨਾ ਸਮਝ ਲੈਣਾ ਕਿਸੇ ਨੂੰ ਉਦਾਂ ਹੀ ਅੰਮ੍ਰਿਤ ਮਿਲ ਜਾਂਦਾ ਹੈ। ਐਡੇ ਵੱਡੇ ਕਰਮ ਕੀਤੇ ਹੁਣ ਫੇਰ ਅੰਮ੍ਰਿਤ ਮਿਲਦਾ ਹੈ। ਕਿਹੜਾ ਅੰਮ੍ਰਿਤ? ਜਿਹਦੇ ਬਾਰੇ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਹਨ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਹਨੂੰ ਰਿਸ਼ੀ ਮੁਨੀ ਖੋਜਦੇ ਚਲੇ ਗਏ ਹਨ, ਕਿਸੇ ਨੂੰ ਪ੍ਰਾਪਤ ਨਹੀਂ ਹੋਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜਦੋਂ ਗੁਰੂ ਦੀ ਕਿਰਪਾ ਹੋਈ, ਬਖਸ਼ਿਸ਼ ਹੋਈ, ਉਦੋਂ ਇਹ ਦਾਤ ਪ੍ਰਾਪਤ ਹੁੰਦੀ ਹੈ। ਉਦੋਂ ਫਿਰ ਪ੍ਰਭੂ ਹਿਰਦੇ 'ਚ ਵਸਦੇ ਹਨ। ਅੰਮ੍ਰਿਤ ਦੀ ਦਾਤ ਕੀ ਹੈ? ਅੰਦਰ ਪਹਿਲਾਂ ਵੀ ਅੰਮ੍ਰਿਤ ਹੈ, ਪਰ ਜਦੋਂ ਨਲਕੇ ਵਿੱਚੋਂ ਪਾਣੀ ਸੁੱਕ ਜਾਂਦਾ ਹੈ, ਉਸ ਨੂੰ ਉੱਪਰੋਂ ਪਾਣੀ ਪਾਉਣਾ ਪੈਂਦਾ ਹੈ। ਦੋਨੇ ਪਾਣੀਆਂ ਨੂੰ ਮਿਲ ਕੇ ਫਿਰ ਚੰਗਾ ਪਾਣੀ ਪ੍ਰਗਟ ਹੋ ਜਾਂਦਾ ਹੈ। ਪਹਿਲਾਂ ਰੇਤ, ਮਿੱਟੀ, ਕਈ ਕੁਛ ਨਿਕਲਦਾ ਹੈ। ਦੇਖ ਕੇ ਜੀਵ ਘਬਰਾਉਂਦੇ ਹਨ, ਪਾਣੀ ਤਾਂ ਨਿਕਲਿਆ ਨਹੀਂ ਚੰਗਾ। ਪਰ ਜਿਹਨਾਂ ਨੂੰ ਤਜਰਬਾ ਹੁੰਦਾ, ਕੋਲ ਹੁੰਦੇ, ਉਹ ਕਹਿੰਦੇ ਨਹੀਂ ਨਹੀਂ, ਇਹਨੂੰ ਹੋਰ ਗੇੜੋ, ਹੋਰ ਚਲਾਓ, ਇਹਨੂੰ ਵਾਰ-ਵਾਰ ਚਲਾਉਣਾ ਕਰੋ, ਫਿਰ ਇਹ ਅੰਮ੍ਰਿਤਮਈ ਜਲ ਸਾਫ਼ ਹੋ ਜਾਵੇਗਾ, ਪੀਣ ਦੇ ਲਾਇਕ ਹੋ ਜਾਵੇਗਾ। ਫਿਰ ਉਹ ਜਦੋਂ ਜਿਵੇਂ ਜਿਵੇਂ ਬੋਕੀ ਚਲਾਉਂਦੇ ਹਨ, ਉਵੇਂ ਉਵੇਂ ਉਹ ਪਵਿੱਤਰ ਜਲ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਜਦੋਂ ਜਿਹੜਾ ਅੰਮ੍ਰਿਤ ਸਾਡੇ ਅੰਦਰ ਹੈ, ਜਦੋਂ ਹੌਲੀ ਹੌਲੀ ਘਟ ਜਾਂਦਾ ਹੈ, ਫਿਰ ਉੱਪਰੋਂ ਅੰਮ੍ਰਿਤ ਦੀ ਦਾਤ ਦੇਣੀ ਪੈਂਦੀ ਹੈ। ਦੋਨੇ ਫਿਰ ਮਿਲ ਕੇ ਵਾਹਿਗੁਰੂ 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 ਫਿਰ ਜਦੋਂ ਨਾਮ ਜਪਦੇ ਹਨ, ਫਿਰ ਪ੍ਰਗਟ ਹੋ ਕਰਕੇ ਫਿਰ ਜੀਵ ਅੰਮ੍ਰਿਤ ਪੀਵੇ, ਅੰਮ੍ਰਿਤ ਸੋ ਹੋਏ। ਫਿਰ ਜਿਨ੍ਹਾਂ ਦੇ ਦਾਤ ਚਲੀ ਜਾਂਦੀ ਹਿਰਦੇ ਵਿੱਚ, ਅਮਰ ਹੋ ਜਾਂਦੇ ਹਨ, ਕਦੇ ਮਰਦੇ ਨਹੀਂ ਹਨ। ਬਾਕੀ ਜੋ ਸੰਸਾਰ ਦਾ ਦਿਸ ਰਿਹਾ, ਜੰਮਣਾ ਤੇ ਮਰਨਾ ਹੈ। ਸਾਰੇ ਕੰਮ ਕਰੋ, ਮੌਤ ਤੇ ਪਹੁੰਚੋ, ਤੇ ਫਿਰ ਜੰਮੋ। ਲੰਬਾ ਰਸਤਾ ਹੈ। ਪਰ ਜਿਨਨੇ ਇਹ ਦਾਤ ਪ੍ਰਾਪਤ ਕਰ ਲਈ, ਫਿਰ ਅਮਰ ਹੋ ਜਾਂਦਾ। ਫਿਰ ਉਹ ਦੁਆਰਾ ਨਹੀਂ ਮਰਦਾ, ਨਾ ਉਹ ਜੰਮਦਾ ਹੈ, ਨਾ ਇਸ ਗੇੜ ਵਿੱਚ ਪੈਂਦਾ ਹੈ। ਉਹ ਸਤਿਗੁਰੂ ਜੀ ਇਸ ਗੇੜ 'ਚ ਉਸ ਨੂੰ ਕੱਢ ਲੈਂਦੇ ਹਨ, ਕਿ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਨਾਮ ਰੂਪੀ ਅੰਮ੍ਰਿਤ ਹਿਰਦੇ ਟਿਕ ਜਾਂਦਾ ਹੈ। ਫਿਰ ਰਹਿਤ ਬੈਦ, ਜਿਹੜੀ ਇਸ ਦੀ ਰਹਿਤ ਹੈ, ਪੰਜ ਕਕਾਰੀ ਰਹਿਤ, ਉਸ ਤਰ੍ਹਾਂ ਨਹੀਂ। ਤੁਸੀਂ ਕਿਰਪਾਨ ਪਾ ਲਈ, ਕੰਘਾ ਰੱਖ ਲਿਆ, ਖਿਹਰਾ ਪਹਿਨ ਲਿਆ, ਉਹਦੀ ਬਹੁਤ ਵੱਡੀ ਮਹੱਤਤਾ ਹੈ। ਜਿੱਦਾਂ ਆਪਾਂ ਸੁੰਦਰ ਘਰ ਬਣਾਈਏ, ਉਹ ਸੁੰਦਰ ਘਰ ਨੂੰ ਗੇਟ ਨਾ ਲਾਈਏ ਤੇ ਫਿਰ ਜਿਹੜਾ ਮਰਜ਼ੀ ਅੰਦਰ ਆ ਜਾਵੇਗਾ। ਗੇਟ ਇਸ ਕਰਕੇ ਲਾਉਣਾ ਪੈਂਦਾ ਹੈ ਕਿ ਕੋਈ ਪੁੱਛ ਕੇ ਘਰ ਵਿੱਚ ਆਵੇ, ਘਰ ਵਿੱਚ ਪ੍ਰਵੇਸ਼ ਕੋਈ ਪੁੱਛ ਕੇ ਹੋਵੇ, ਆਵਾਜ਼ ਮਾਰ ਕੇ ਆਪਣੇ ਆਪ ਨੂੰ ਘਰ ਨਾਲ ਸਿੱਧਾ ਆ ਜਾਵੇ। ਇਹ ਕਕਾਰ ਤਾਂ ਹਨ। ਕਈਆਂ ਨੂੰ ਕਹਿੰਦੀ ਦਾਤ ਤਾਂ ਲੈ ਸਨ, ਪਰ ਕਕਾਰ ਪਾਉਣੇ ਬੜੇ ਔਖੇ ਲੱਗਦੇ ਹਨ। ਇਹ ਕਿੱਦਾਂ ਪਾਉਣੇ ਹਨ? ਕਿਤੇ ਰਾਤ ਨੂੰ ਵੱਜ ਨਾ ਜਾਣ। ਮੇਰੀ ਤਾਂ 62 ਸਾਲ ਦੀ ਉਮਰ ਹੋ ਗਈ, ਮੈਂ ਅੱਜ ਤੱਕ ਸੁਣਿਆ ਨਹੀਂ ਕਿਸੇ ਨੂੰ ਕਕਾਰ ਵੱਜਾ ਹੋਵੇ ਇਸ ਤਰ੍ਹਾਂ। ਸਾਰੀ ਉਮਰ ਵਿੱਚ ਕਦੀ ਵੀ ਨਹੀਂ ਤਾਂ ਹੁੰਦਾ। ਉਹ ਤੁਹਾਡੀ ਰੱਖਿਆ ਵਾਸਤੇ ਆ। ਕਿਰਪਾਨ ਪਾਨ ਧਾਰੀਆਂ, ਕਰੋੜ ਪਾਪ ਟਾਰੀਆਂ, ਉਹਦਾ ਕਰੋੜਾਂ ਪਾਪਾਂ ਨੂੰ ਟਾਲ ਦੇਵੇਗੀ। ਐਡੀ ਐਡੀ ਵੱਡੀ ਬਖਸ਼ਿਸ਼ ਹੈ, ਪਰ ਸਾਨੂੰ ਉਹਦੇ ਬਾਰੇ ਗਿਆਨ ਨਹੀਂ ਹੈ। ਤਾਂ ਅਸੀਂ ਕਹਿੰਦੇ ਸਾਨੂੰ ਵੱਜ ਸਕਦੀ ਹੈ ਜੇ ਕਿਰਪਾਨ ਪਹਿਨ ਲਈ ਤਾਂ, ਪਰ ਨਹੀਂ। ਇਹ ਤੇਰੇ ਸਰੀਰ ਵਿੱਚ ਜਿਹੜੇ 9 ਦਰਵਾਜ਼ਿਆਂ ਦੇ ਵਕਾਰ ਵੜਦੇ ਹਨ, ਇਹ ਉਹਨਾਂ ਨੂੰ ਰੋਕਦੇ ਹਨ। ਤੇ ਸਤਿਗੁਰੂ ਜੀ ਕਹਿੰਦੇ ਨੇ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਹਿ ਮੈਂ ਉਸ ਕਾ ਚਿਹਰਾ। ਰਹਿਤ ਬਿਨਾ ਨਾ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਚੱਲ ਫਿਰ ਗੇਟ ਨਾ ਲਾ, ਫਿਰ ਆਪੇ ਕੋਈ ਚੀਜ਼ ਵੜ ਜਾਵੇਗੀ ਅੰਦਰ ਆ ਗਏ।
ਕਕਾਰਾਂ ਨੂੰ ਲਾ। ਕਈ ਕਹਿਣਗੇ ਮੇਰਾ ਅੰਮ੍ਰਿਤ ਭੰਗ ਹੋ ਗਿਆ ਹੈ। ਗੁਰਮੁਖ ਪਿਆਰੋ, ਕਦੀ ਅੰਮ੍ਰਿਤ ਨਹੀਂ ਭੰਗ ਹੁੰਦਾ, ਰਹਿਤ ਭੰਗ ਹੁੰਦੀ ਹੈ। ਕਕਾਰ ਲਾਤੇ ਬਾਹਰਲੇ ਮੁਲਕ ਜਾਣ ਲੱਗਿਆ ਕਿ ਲਾਉਣੇ ਪੈਂਦੇ ਹਨ, ਹਰ ਇੱਕ ਨੂੰ ਲਾਉਣੇ ਪੈਂਦੇ ਹਨ, ਮੁੜ ਕੇ ਆ ਕਰਕੇ ਪਹਿਨਣੇ ਹਨ। ਉਹਨਾਂ ਚਿਰ ਜਲ ਪਾਣੀ ਨਹੀਂ ਛਕਣਾ ਜਿੰਨਾ ਚਿਰ ਕਕਾਰ ਲਾਇਆ ਹੈ। ਭਾਵੇਂ ਉਹ 8 ਘੰਟੇ ਦਾ ਸਫ਼ਰ ਹੋਵੇ, ਭਾਵੇਂ 10 ਘੰਟੇ ਦਾ, ਭਾਵੇਂ 20 ਘੰਟੇ ਦਾ। ਇਹ ਸਰੀਰ ਨੂੰ ਕੁਛ ਨਹੀਂ ਹੁੰਦਾ। ਐਵੇਂ ਸਾਨੂੰ ਇਹੀ ਹੈ ਪਤਾ ਨਹੀਂ ਕੋਈ ਸਰੀਰ ਨੂੰ ਨਾ ਹੋ ਜਾਵੇ, ਕੁਛ ਵੀ ਨਹੀਂ ਹੁੰਦਾ। 10-10, 12-12 ਦਿਨ, 20-20 ਦਿਨ ਪ੍ਰਸ਼ਾਦਾ ਵੀ ਨਾ ਛਕੀਏ, ਸਰੀਰ ਦਾ ਕੁਛ ਵੀ ਨਹੀਂ ਵਿਗੜਦਾ। ਫਿਰ ਅਸੀਂ ਸਿਰਫ ਸਾਡੇ ਅੰਦਰਲੀ ਜਿਹੜੀ ਭੁੱਖ ਹੈ ਜਨਮਾਂ ਜਮਾਤਰਾਂ ਦੀ, ਉਹ ਜ਼ਿਆਦਾ ਵੱਧ ਚੁੱਕੀ ਹੈ, ਸਾਡੇ ਤੋਂ ਨਹੀਂ ਗੁਜ਼ਾਰਾ ਹੁੰਦਾ। ਇਸ ਕਰਕੇ ਜੇ ਕਿਤੇ ਉੱਤੇ ਅਸੀਂ ਕੰਟਰੋਲ ਕਰ ਲਈਏ ਨਾ, ਫਿਰ ਸਾਨੂੰ ਰਾਜ ਦੀ ਪ੍ਰਾਪਤੀ ਹੋ ਜਾਵੇਗੀ। ਮੈਨੂੰ ਮਾਫੀ ਦੇਣੀ, ਅੱਗੇ ਅਸੀਂ ਭੁੱਖ ਕਰਕੇ ਹੀ ਰਾਜ ਗਵਾਇਆ ਹੈ। ਸਾਡੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਕਿਹਾ ਸੀਗਾ ਸਿਰਫ 3 ਦਿਨ, ਜ਼ਿਆਦਾ ਸਮਾਂ ਨਹੀਂ। 3 ਦਿਨ ਲੜ ਲਵੋ, ਮੈਂ ਤੈਨੂੰ ਪੁਸਤਾਂ ਦਾ ਰਾਜ ਦੇ ਦੇਵਾਂਗਾ। ਕਿ ਨਹੀਂ, ਹੁਣ ਨਹੀਂ ਲੜ ਹੁੰਦਾ, ਨਹੀਂ ਭੁੱਖਿਆਂ ਤੋਂ ਲੜ ਹੁੰਦਾ। ਕਹਿੰਦੇ 3 ਘੰਟੇ ਹੀ ਲੜ ਲਵੋ, 3 ਘੜੀਆਂ ਹੀ ਲੜ ਲਵੋ, ਮੈਂ ਤੈਨੂੰ ਪੁਸਤਾਂ ਦਾ ਰਾਜ ਨਹੀਂ ਮੰਨੇ। ਫਿਰ ਕਹਿੰਦਾ ਜੇ ਜਾਣਾ ਫਿਰ ਲਿਖ ਕੇ ਦੇ ਕੇ ਜਾਓ। ਐਡੇ ਕਰਮਾਂ ਵਾਲੀਆਂ ਰੂਹਾਂ ਅਸੀਂ ਲਿਖ ਕੇ ਦੇ ਆਈਆਂ। ਕਹਿੰਦੇ ਤੂੰ ਸਾਡਾ ਗੁਰੂ ਨਹੀਂ ਹੈ, ਤੇਰੇ ਸਿੱਖ ਨੇ। ਫਿਰ ਕਹਿੰਦੇ ਜਿਹੜੀ ਲੜਾਈ ਤੋਂ ਤੁਸੀਂ ਭੱਜਣਾ ਹੈ ਨਾ, ਭੱਜਣ ਲੱਗੇ ਹੋ, ਲੰਮੀ ਪੈ ਜਾਵੇਗੀ, ਹੁਣ ਬਹੁਤ ਲੰਮਾ ਲੜਨੀ ਪਵੇਗੀ। ਤੇ ਅੱਜ ਤੱਕ ਰਾਜ ਨੂੰ ਤਰਸ ਰਹੇ ਹਾਂ, ਅਰਦਾਸਾਂ ਕਰਦੇ ਹਾਂ ਸਾਰੇ ਕਿ ਕੌਮ ਨੂੰ ਕਿਤੇ ਰਾਜ ਪ੍ਰਾਪਤ ਹੋ ਜਾਵੇ। ਲੰਬਾ ਸਮਾਂ ਲੱਗ ਗਿਆ ਸਿਰਫ ਭੁੱਖ ਦਾ ਕਾਰਨ। ਥੋੜਾ ਜਿਹਾ ਵੀ ਜਰ ਲੈਂਦੇ, ਮਹਾਰਾਜ ਦੇ ਬਚਨਾਂ ਨੂੰ ਮੰਨ ਲੈਂਦੇ, ਅੱਜ ਅਸੀਂ ਵੀ ਰਾਜ ਦੇ ਮਾਲਕ ਹੋਣਾ ਸੀਗਾ। ਸਾਨੂੰ ਕਿਸੇ ਦੀ ਗੁਲਾਮੀ ਕਰਨ ਦੀ ਲੋੜ ਨਹੀਂ ਸੀ ਪੈਣੀ, ਪਰ ਨਹੀਂ ਭੁੱਖ ਜਰ ਸਕੇ, ਅੱਜ ਵੀ ਨਹੀਂ ਜਰਦੇ। ਉਹੀ ਹਾਲਾਤ ਨੇ। ਪਰ ਜੇ ਕਿਤੇ ਐਸਾ ਸਮਾਂ ਬਣੇ, ਸਿੱਖੀ ਤੋਂ ਪਤਤ ਕਰਦਾ ਹੋਵੇ, ਕੋਈ ਕਕਾਰ ਲਵਾਉਂਦਾ ਹੋਵੇ, ਮਜਬੂਰੀਆਂ ਕਰਕੇ ਲਾਉਣੇ ਪੈਂਦੇ ਹਨ ਹਰ ਇੱਕ ਨੂੰ, ਉਹਨਾਂ ਚਿਰ ਜਲ ਪਾਣੀ ਨਹੀਂ ਛਕਣਾ। ਜਦੋਂ ਮੰਜ਼ਿਲ ਤੇ ਪਹੁੰਚਣਾ ਹੈ, ਜਦੋਂ ਕਕਾਰਾਂ ਦੀ ਪ੍ਰਾਪਤੀ ਹੁੰਦੀ ਹੈ, ਉਸ ਤਰ੍ਹਾਂ ਹੀ ਪੈਮ ਕਰਕੇ ਫਿਰ ਜਲ ਪਾਣੀ ਛਕਣਾ ਹੈ। ਫਿਰ ਕੁਛ ਨਹੀਂ ਹੁੰਦਾ ਰਹਿਤ ਨੂੰ। ਸਿੱਖਾ ਰਹਿਣੇ ਕਰਕੇ ਤੂੰ ਸਿੱਖ ਹੈ। ਰਹਿਣ ਤੋਂ ਬਿਨਾਂ, ਰਹਿਤ ਤੋਂ ਬਿਨਾਂ ਦਰਦ ਦੀਆਂ ਚੋਟਾਂ ਖਾਣੀਆਂ ਪੈਂਦੀਆਂ ਹਨ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਸ ਹੈ ਮੈਂ ਉਸਕਾ ਚਿਹਰਾ ਰਹਿਤ ਬਣਾ। ਨਾ ਸਿੱਖ ਕਹਾਵੇ ਰਹਿਤ ਬਣਾ, ਦਰ ਚੋਟਾਂ ਖਾਵੇ, ਦਰਾਂ ਦੀਆਂ ਚੋਟਾਂ। ਇਸ ਕਰਕੇ ਆਪਾਂ ਸਾਰੇ ਰਹਿਣੀ ਕਰਕੇ ਹੀ ਗੁਰੂ ਕੇ ਸਿੱਖ ਕਹਾਉਂਦੇ ਹਾਂ। ਐਸਾ ਕੋਈ ਸਮਾਂ ਬਣੇ ਤੇ ਥੋੜਾ ਸਬਰ ਕਰਕੇ ਮਹਾਰਾਜ ਦਾ ਹੁਕਮ ਮੰਨ ਕੇ, ਕੋਈ ਗੱਲ ਨਹੀਂ, ਕੁਛ ਨਹੀਂ ਹੋਣ ਲੱਗਾ ਸਰੀਰ ਨੂੰ, ਸਾਨੂੰ ਕਕਾਰ ਪ੍ਰਾਪਤ ਹੋਣਗੇ। ਮੈਂ ਤੁਹਾਨੂੰ ਐਸੇ ਸੂਰਮਿਆਂ ਦੇ, ਐਸੇ ਯੋਧਿਆਂ ਦੀ ਸੁਣਾ ਸਕਦਾ ਕਿ ਜਿਹੜੇ ਕਈ ਦਿਨ ਪ੍ਰਸ਼ਾਦਾ ਨਹੀਂ ਛਕਦੇ। ਜਹੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ, ਤੁਸੀਂ ਨਾਂ ਸੁਣਿਆ ਹੋਣਾ, ਜ਼ਿਲ੍ਹਾ ਲੁਧਿਆਣਾ, ਪਿੰਡ ਕੌਂਕੇ। ਥੋੜਾ ਸਮਾਂ ਸੇਵਾ ਮਿਲੀ ਹੈ, 2 ਸਾਲ, 86 ਤੋਂ ਲੈ ਕੇ ਅਖੀਰ 87 ਤੱਕ। ਪਰ ਇੰਨੇ ਸੂਰਮੇ ਸੀਗੇ। ਵੱਡੀ ਸ੍ਰੀ ਸਾਹਿਬ ਫੁੱਟ ਦੀ, 1.5 ਫੁੱਟ ਦੀ ਆਪਣੇ ਕੋਲ ਰੱਖਦੇ ਸੀ ਹਰ ਵੇਲੇ। ਤੇ ਜਦੋਂ ਜ਼ਾਲਮਾਂ ਨੇ ਫੜ ਲਿਆ, ਜੇਲ੍ਹਾਂ 'ਚ ਭੇਜ ਦਿੱਤਾ ਤਸ਼ੱਦਦ ਕਰਕੇ, ਸ੍ਰੀ ਸਾਹਿਬ ਨੇ ਲਾਈ। 27 ਦਿਨ ਲਗਾਤਾਰ ਭੁੱਖ ਹੜਤਾਲ ਰੱਖੀ। ਲਾ ਲੈਂਦੇ ਸੀ ਜ਼ਬਰਦਸਤੀ, ਨਹੀਂ ਪਾਉਣ ਦੇਣੀ, ਨਹੀਂ ਜੇਲ੍ਹਾਂ ਸਿਕਿਉਰਿਟੀ ਜੇਲ੍ਹਾਂ ਨੇ ਤੁਸੀਂ ਨਹੀਂ ਪਾ ਸਕਦੇ। ਕਹਿੰਦੇ ਕੋਈ ਗੱਲ ਨਹੀਂ, ਲਾ ਲਵੋ, ਆਪਣੇ ਆਪ ਨਹੀਂ ਲਾਉਣੀ, ਤੁਸੀਂ ਲਾ ਲਓ, ਜ਼ਿੰਮੇਵਾਰੀ ਤੁਹਾਡੀ ਹੈ। ਤੇ ਜਦੋਂ ਸ੍ਰੀ ਸਾਹਿਬ ਨੂੰ ਦੇਣਾ ਉਹਨਾਂ ਨੇ, ਤੇ ਮਾਫੀ ਮੰਗਣੀ ਆ ਕੇ, ਕਈ ਦਿਨ ਹੜਤਾਲ ਰੱਖਣੀ, ਕਹਿਣਾ ਨਹੀਂ ਛਕਣਾ।
दोगे ते छकना है। फिर आके माफ़ी मंगनी, आकर के फिर श्री साहब देनी। इत्थों तक कहना तारी बंदी खुली है, हुण तुसीं किसी भी बैरक विच जा सकते हो। तो इन्हां बच्चों नूं समझाओ, सारिਆਂ ਨੂੰ ਜਿਹੜੇ जुझारू सिंह कौम की सेवा वास्ते तुरे नूं समझाओ किस तरह भी सीधे रस्ते पै जाण। बंदी नहीं करनी, बंदी खोल देनी। तो फिर सारे सारे ਸਿੰਘਾਂ ਦੀਆਂ शस्त्र दबाने, जिन्हें सारे दे लवाए होंदे सन। फिर सारे ने बेनती करनी, सिंह साहब साड़ियाँ सारिਆਂ ਦੀਆਂ लवाइया होइयां शस्त्र हैं। उन्होंने कहना कोई गल नहीं, सारिਆਂ दे दे दो। सिंह साहब ये लड़ पैणगे आपस, कहते नहीं लड़ते, यानी असीं नहीं लड़ते, बेफिक्र हो जाओ। सारिਆਂ दे शस्त्र दवा देने। इन्नी पावर रखने वाले भी गुरु के लाल हैं। खीरले श्वासां तक शहीदी का जाम पी गए, पर सिੱਖੀ चो रमकज भी पासे नहीं हटे। इस करके ऐसे भी महाराज दे लाल हैं ਜਿਹੜੇ अपने परना निभा जाते हैं। तो ये महाराज के बख्शिश किए हुए ककार ਤਾਂ ਹੀ ਤਾਂ ਅਰਦਾਸ ਕਰਦੇ ਆ, ਮਹਾਰਾਜ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਇਓ। ਉਹਨਾਂ ਦੀ ਨਿਭਦੀ ਹੈ ਜਿਨ੍ਹਾਂ ਤੇ ਮਹਾਰਾਜ ਜੀ ਕਿਰਪਾ ਬਖਸ਼ਿਸ਼ ਕਰਦੇ ਨੇ। ਠਾਕੁਰ ਗਾਈਏ ਆਤਮ ਰੰਗ, ਆਤਮਾ ਦੇ ਰੰਗ ਵਿੱਚ ਇਸ ਠਾਕੁਰ ਨੂੰ ਗਾਉਣਾ ਹੈ। ਸਰਨੀ ਪਾਵਨ ਨਾਮ ਧਿਆਵਨ ਸਹਿ ਸਮਾਵਨ ਸੰਗ। ਸਰਨ ਵਿੱਚ ਆਓ, ਨਾਮ ਨੂੰ ਧਿਆਉਣਾ ਕਰੋ ਤੇ ਸਹਿਜੇ ਸਮਾ ਜਾਓ ਪ੍ਰਭੂ ਚਰਨਾਂ ਵਿੱਚ। ਕੋਈ ਜ਼ਿਆਦਾ ਲੰਮਾ ਨਹੀਂ, ਸਹਿਜ ਵਿੱਚ ਹੀ ਆਪਣੇ ਆਪ ਸਤਿਗੁਰੂ ਦੀ ਕਿਰਪਾ ਕਰਨਗੇ। ਇੱਕ ਦਿਨ ਤੁਸੀਂ ਪ੍ਰਭੂ ਚਰਨਾਂ ਵਿੱਚ ਜਾ ਸਕੋ। ਤਾਂ ਦੁਨੀਆ ਦੀ ਪਾਵਰ ਤੁਹਾਨੂੰ ਕੋਈ ਐਡੀਆਂ ਜੂਨਾਂ ਵਿੱਚ ਨਰਕਾਂ ਨੂੰ ਨਹੀਂ ਤੋੜ ਸਕਦੀ, ਕਿਉਂਕਿ ਇਹ ਐਡਾ ਵੱਡਾ ਮਾਰਗ ਹੈ। ਜਿਹੜਾ ਵੀ ਇੱਕ ਰਾਹ ਸਰਨ ਵਿੱਚ ਮਹਾਰਾਜ ਜੀ ਆ ਗਿਆ, ਉਹਨੂੰ ਕੋਈ ਜਮ ਦੂਤ ਕੁਛ ਕਹਿ ਹੀ ਨਹੀਂ ਸਕਦਾ। ਉਹਦਾ ਛੱਡ ਕੇ ਭੱਜ ਜਾਂਦੇ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ, ਜਿੱਥੇ ਬੈਠ ਕੇ ਬੰਦਗੀ ਹੁੰਦੀ ਹੈ ਤੁਸੀਂ ਉੱਥੇ ਨਹੀਂ ਧਰਮਰਾਜ ਕਹਿੰਦੇ ਜਾਣਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਫਰਮਾਨ ਹੈ ਕਿ ਜਿੱਥੇ ਬੈਠ ਕੇ ਸਾਧੂ ਬੰਦਗੀ ਕਰਦੇ ਹਨ, ਕੀਰਤਨ ਹੁੰਦਾ ਹੋਵੇ, ਤੁਸੀਂ ਤੇ ਜਾ ਹੀ ਨਹੀਂ ਸਕਦੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਨਾ ਹੋ ਨਾ ਤੂੰ ਨਹਿ ਛੁੱਟੇ। ਨਿਕਣਾ ਜਾਈਓ ਤੂਤ, ਇਹਦੇ ਲਾਗੇ ਨਹੀਂ ਜਾਣਾ। ਜੇ ਕਿਤੇ ਚਲੇ ਗਏ ਤੁਸੀਂ ਉੱਥੇ, ਨਾ ਤੁਸੀਂ ਛੱਡ ਸਕਦੇ ਹੋ, ਨਾ ਮੈਂ ਛੱਡ ਸਕਦਾ। ਮੈਨੂੰ ਵੀ ਬਣ ਸਕਦੇ ਹਾਂ ਤੇ ਤੁਹਾਨੂੰ ਵੀ ਬਣ ਸਕਦੇ। ਐਡੀ ਵੱਡੀ ਬਖਸ਼ਿਸ਼ ਹੈ ਗੁਰੂ ਦੇ ਚਰਨਾਂ ਵਿੱਚ, ਗੁਰੂ ਦੇ ਸਿੱਖਾਂ ਵਿੱਚ। ਉਹ ਤੁਹਾਨੂੰ ਵੀ ਬਣ ਦੇਣਗੇ, ਮੈਨੂੰ ਵੀ ਬਣ ਦੇਣਗੇ। ਤੁਸੀਂ ਉੱਥੇ ਨਹੀਂ ਜਾਣਾ। ਇਸ ਕਰਕੇ ਤੁਹਾਡੇ ਲਾਗੇ ਕਿੱਥੇ ਆ ਸਕਦੇ ਹਨ ਜਾਂ ਉਹ ਤਾਂ ਦੂਰੋਂ ਦੇਖ ਕੇ ਭੱਜ ਜਾਂਦੇ ਹਨ। ਐਡੀ ਵੱਡੀ ਸਤਿਗੁਰਾਂ ਦੇ ਚਰਨਾਂ ਦੀ ਬਖਸ਼ੇ। ਆਪਾਂ ਇੱਕ ਗੁਰੂ ਦੇ ਸਿੱਖ ਬਣੀਏ ਸਹੀ। ਫਿਰ ਦੇਖੀ ਕਿ ਸਤਿਗੁਰੂ ਜੀ ਕਲਾ ਵਰਤਾਉਂਦੇ ਹਨ। ਸਰਨੀ ਪਾਵਨ ਨਾਮ ਧਿਆਵਨ ਸਹਿ ਸਮਾਵਨ ਸੰਗ। ਸਹਿਜੇ ਸਮਾ ਦੋਗੇ ਗੁਰੂ ਚਰਨਾਂ 'ਚ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰਦੇ ਹਨ। ਜਨ ਕੇ ਚਰਨ ਵਸਹਿ ਮੇਰਾ ਹੀਰਾ ਸੰਗ ਪੁਨੀਤਾ ਦੇਹੀ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦੇ ਚਰਨ ਵਸ ਗਏ ਤੇ ਦੇਹੀ ਪਵਿੱਤਰ ਹੋ ਗਈ। ਇਹ ਜਿਹੜੀ ਦੇਹੀ ਹੈ ਨਾ, ਪਾਪਾਂ ਦੀ ਭਰੀ ਹੋਈ, ਰਾਤ ਦਿਨ ਬੁਰੇ ਕਰਨੀ ਸੋਚੀ ਜਾਣੇ, ਕਹਿੰਦੇ ਪਵਿੱਤਰ ਹੋ ਜਾਏਗੀ। ਜਨ ਕੇ ਚਰਨ ਵਸੇ ਮੇਰਾ ਹੀਰਾ ਸੰਪਨਿਤਾ ਦੇਹੀ। ਜਿਹਦੇ ਵਿੱਚ ਗੁਰੂ ਦੀ ਬਖਸ਼ਿਸ਼ ਹੋ ਗਈ, ਗੁਰੂ ਦੇ ਚਰਨ ਜਿਹੜੇ ਸਰੀਰ ਵਿੱਚ ਵਸ ਕੇ ਵਾਹਿਗੁਰੂ ਮੰਤਰ ਦਾ ਜਾਪ, ਫਿਰ ਮਹਾਰਾਜ ਕਹਿੰਦੇ ਉਹ ਦੇਹੀ ਪਵਿੱਤਰ ਹੋ ਜਾਵੇਗੀ। ਉਹ ਦੇਹੀ ਨੂੰ ਲੋਕੀ ਪੂਜਣਗੇ। ਜਿੰਨਾ ਚਿਰ ਧਰਤੀ ਰਹੂਗੀ ਪੂਜਾ ਹੁੰਦੀ ਰਹੇਗੀ ਸਾਧੂਆਂ ਦੀ। ਜਿੰਨਾ ਚਿਰ ਧਰਤੀ ਰਹੂਗੀ। ਕੋਈ ਕਹਿੰਦੇ ਨੇ ਇਦਾਂ ਨਹੀਂ ਹੋਣਾ, ਨਹੀਂ ਨਹੀਂ, ਸੱਚ ਕਹਿੰਦੇ ਆ ਮਹਾਰਾਜ ਕਹਿੰਦੇ ਨੇ। ਸਾਧੂਆਂ ਦੀ ਜਿੰਨਾ ਚਿਰ ਧਰਤੀ ਰਹੂਗੀ, ਬੰਦਗੀ ਵਾਲੇ ਰੂਹਾਂ ਵਾਲੇ ਲੋਕ ਪੂਜਦੇ ਰਹਿਣਗੇ। ਮਹਾਰਾਜ ਦਾ ਹੁਕਮ ਹੈ, ਕਿਉਂਕਿ ਉਹਨਾਂ ਦੀ ਦੇਹ ਪਵਿੱਤਰ ਹੋ ਜਾਂਦੀ ਹੈ। ਇਹ ਦੇਹ ਆਮ ਸੰਸਾਰੀ ਨਹੀਂ ਰਹਿੰਦੀ। ਹਰ ਹਰ ਜਨ ਦੋਈ ਏਕ ਹੈ ਬਿਬ ਚਰਖ ਨਾਏ। ਜਲ ਤੇ ਉਪੇ ਤਰੰਗ ਜਿਉ ਜਲ ਹੀ ਬਗੇ ਸਮਾਏ। ਜਿੱਦਾਂ ਜਲ ਦੀ ਤਰੰਗ ਜਲ ਵਿੱਚ ਸਮਾਏ, ਇਸ ਤਰ੍ਹਾਂ ਗੁਰੂ ਕੇ ਲਾਲ ਗੁਰੂ ਚ ਸਮਾ ਜਾਂਦੇ ਹਨ। ਉਹ ਸਜੀਵ ਲਈ ਪੂਜੇ ਜਾਂਦੇ ਹਨ। ਤੇ ਮਹਾਰਾਜ ਕਹਿੰਦੇ ਨੇ ਫਿਰ ਜਨ ਕੀ ਧੂਰ ਦੇਹੋ ਕਿਰਪਾ ਨਿਧ
ਨਾਨਕ ਸੁਖ ਇਹੀ। ਐਸੇ ਜਨਾਂ ਦੀ ਚਰਨ ਧੂੜੀ ਦੀ ਪ੍ਰਾਪਤੀ ਜਿਹਨੂੰ ਹੋ ਜਾਂਦੀ ਹੈ ਉਹ ਫਿਰ ਸਦੀਵ ਲਈ ਮੁਕਤ ਹੋ ਜਾਂਦੇ ਹਨ। ਜਨ ਕੀ ਧੂਰ ਦੇਹੋ ਕਿਰਪਾਨੰਦ ਮਹਾਰਾਜ, ਐਸੇ ਜਨਾਂ ਦੀ, ਐਸੇ ਪਿਆਰਾਂ ਦੀ ਚਰਨ ਧੂੜੀ ਬਖਸ਼ਿਸ਼ ਕਰੋ। ਨਾਨਕ ਸੁਖ ਇਹੀ, ਮੇਰੇ ਜੀਵਨ ਦਾ ਇਹੀ ਸੁਖ ਹੈ। ਐਸੇ ਗੁਰਸਿੱਖਾਂ ਦੀ ਚਰਨ ਧੂੜੀ ਪ੍ਰਾਪਤ ਹੋ ਜਾਵੇ। ਆਇਆ ਹੋਇਆ ਜੀਵਨ ਸਤਿਗੁਰੂ ਜੀ ਸਫਲਾ ਕਰ ਦੇਣ। ਸ਼ਬਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭਲਾਣੋਂ ਸਤਿਗੁਰੂ ਜੀ ਗੁਰੂ ਕੀ ਸੰਗਤ ਗੁਰੂ ਰੂਪ ਹੈ। ਬਖਸ਼ ਲੈਣ ਇਹ ਵਿਚਾਰ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਜਾਣ ਕਿ ਵਿਸ਼ੇਸ਼ ਜਥਾ ਪਹੁੰਚ ਚੁੱਕਾ ਹੈ। ਇਹ ਤੁਹਾਨੂੰ ਇਤਿਹਾਸ ਦੇ ਰਾਹੀਂ ਜੋੜ ਕੇ ਨਿਹਾਲ ਕਰਨਗੇ। ਹੋਈਆਂ ਭੁੱਲਾਂ ਦੀ ਮਾਫੀ ਗੁਰੂ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ।